ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਜਿਹੜੀ ਅੱਜ ਇੱਕ ਕਾਨਫਰੰਸ ਹੋਈ ਆ ਕਿਸਾਨ ਜਥੇਬੰਦੀਆਂ ਦੀ 22 ਕਿਸਾਨ ਜਥੇਬੰਦੀਆਂ ਦੀ, ਉਹਨਾਂ ਦੇ ਵਿੱਚ ਸਾਬਕਾ ਫੌਜੀਆਂ ਦੀ ਵੱਡੀ ਭੂਮਿਕਾ ਰਹੀ ਹੈ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹ ਇਹ ਸਾਰੇ ਸਿਨੈਰੀਓ ਨੂੰ ਕਿੱਦਾਂ ਦੇਖਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਅਵਤਾਰ ਸਿੰਘ ਫਕਰ ਸਰ ਜੀ। ਜੀ ਔਰ ਸਰ ਤੁਸੀਂ ਜਿਹੜਾ ਅੱਜ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸ਼ਾਮਲ ਹੋਏ ਹੋ 32 ਕਿਸਾਨ ਜਥੇਬੰਦੀਆਂ ਦੇ ਵਿੱਚ, ਔਰ ਇਹ ਸਾਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇਹ ਰਾਜਨੀਤੀ ਦਾ ਮਸਲਾ, ਰਾਜਨੀਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਐਂਟਰੀ ਕਰ ਰਹੀਆਂ ਨੇ, ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੇ ਨੂੰ? ਦੇਖੋ ਜੀ, ਅਸੀਂ ਜੇ ਤੁਹਾਨੂੰ ਦੱਸ ਦਈਏ ਜਦੋਂ ਕਿਸਾਨ ਮੋਰਚਾ ਲੱਗਿਆ ਸੀਗਾ ਜੀ 24 ਤਰੀਕ ਤੋਂ, ਅਸੀਂ ਸਰਦਾਰ ਕਿਰਪਾਲ ਸਿੰਘ ਜੀ ਮੇਰੇ ਨਾਲ ਸੀਗੇ, ਸਾਡੇ ਗਿੱਦੜਬਾਹਾ ਦੇ ਪ੍ਰਧਾਨ ਹੈ। ਅਸੀਂ ਦਿੱਲੀ ਦੇ ਵਿੱਚ ਮੋਰਚਾ ਲਾ ਕੇ ਰੱਖਿਆ, ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਰੱਖਿਆ। 31 ਦਸੰਬਰ ਨੂੰ ਅਸੀਂ ਤਰਨਤਾਰਨ ਦੇ ਪੱਟੀ ਮੋੜ ਦੇ ਉੱਤੇ ਗੁਰਦੁਆਰਾ ਹੈ, ਉੱਥੇ ਸਾਡੀਆਂ ਜਿੰਨੀਆਂ ਵੀ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਸੀਗੀਆਂ, ਅਸੀਂ ਉੱਥੇ ਸਾਰੀਆਂ ਇਕੱਠੀਆਂ ਹੋ ਕੇ ਅਸੀਂ ਇੱਕ ਮੁੱਠ ਹੋਣ ਵਾਸਤੇ ਉੱਥੇ ਫੈਸਲਾ ਕੀਤਾ। ਉਸ ਤੋਂ ਬਾਅਦ ਜਦ ਇੱਥੇ ਪਤਾ ਲੱਗਿਆ ਕਿ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਸਾਰੀਆਂ ਇਕੱਠੀਆਂ ਹੋ ਰਹੀਆਂ, ਅੱਜ ਸਾਡੀਆਂ ਵੀ ਇੱਥੇ ਜਿਹੜੀਆਂ ਸੀਗੀਆਂ 20-22 ਜਥੇਬੰਦੀਆਂ ਸਾਬਕਾ ਸੈਨਿਕਾਂ ਦੀਆਂ ਅੱਜ ਇੱਥੇ ਪਹੁੰਚੀਆਂ ਹੋਈਆਂ ਹਨ। ਕਿਉਂਕਿ ਜਿਹੜੇ ਅੱਜ ਪੰਜਾਬ ਦੇ ਹਾਲਾਤ ਆ, ਸਾਡੇ ਦੇਸ਼ ਦੇ ਹਾਲਾਤ ਆ, ਇਹ ਸਾਨੂੰ ਰਾਜਨੀਤੀ ਦੇ ਵਿੱਚ ਕੁੱਦਣਾ ਪਊਗਾ। ਸੋ ਮੈਂ ਜ਼ਿਆਦਾ ਸਵਾਲ ਨਹੀਂ ਕਰੂੰਗੀ। ਬੇਅਦਬੀਆਂ ਦਾ ਮਸਲਾ ਜਿਹੜਾ ਇਸ ਵੇਲੇ ਭਖਿਆ ਹੋਇਆ, ਰਾਜਨੀਤਿਕ ਪਾਰਟੀਆਂ ਇਹਦੇ 'ਤੇ ਆਪਣੇ ਰਾਜਨੀਤਿਕ ਰੋਟੀਆਂ ਸੇਕ ਰਹੀਆਂ ਨੇ। ਜੇਕਰ ਕਿਸਾਨ ਜਥੇਬੰਦੀਆਂ ਇਹਦੇ ਵਿੱਚ ਆਉਂਦੀਆਂ ਨੇ ਰਾਜਨੀਤੀ ਦੇ ਵਿੱਚ, ਜਿਵੇਂ ਹੁਣ ਕਨਸੂਆਂ ਨੇ ਕਿ ਰਾਜੇਵਾਲ ਸਾਹਿਬ ਨੂੰ ਮੁੱਖ ਮੰਤਰੀ ਦਾ ਚਿਹਰੇ ਵਜੋਂ ਲਿਆ ਜਾਂਦਾ, ਇਹ ਕੀ ਇਹਨਾਂ ਦੇ ਏਜੰਡੇ ਵਿੱਚ ਹੋਏਗਾ? ਕੀ ਤੁਸੀਂ ਮੰਗ ਕਰਦੇ ਹੋ ਕਿ ਹੋਣਾ ਚਾਹੀਦਾ? ਅਸੀਂ ਸਭ ਤੋਂ ਪਹਿਲਾਂ ਜੀ, ਮੈਂ ਧਰਮੀ ਫੌਜੀ ਹੋਣ ਦੇ ਨਾਤੇ ਧਰਮੀ ਫੌਜੀ ਕਿਰਪਾਲ ਸਿੰਘ ਬਾਦੀਆਂ, ਮੈਂ ਤਾਂ ਖੁਦ ਇਸ ਚੀਜ਼ ਨੂੰ, ਇਹ ਜਿਹੜਾ ਸੰਤਾਪ ਅਸੀਂ ਹੰਢਾਇਆ ਹੋਇਆ ਹੈ 1984 ਵਾਲਾ, ਅਸੀਂ ਤਾਂ ਇਹਦੀ ਪੁਰਜੋਰ ਮੰਗ ਕਰਾਂਗੇ। ਕਿਸਾਨ ਜਥੇਬੰਦੀਆਂ ਜਿਹੜਾ ਵੀ ਸਾਡਾ ਮੁੱਖ ਮੰਤਰੀ ਬਣਦਾ, ਭਾਵੇਂ ਰਾਜੇਵਾਲ ਬਣੇ ਭਾਵੇਂ ਕੋਈ ਵੀ ਆਵੇ, ਅਸੀਂ ਆਖਾਂਗੇ, ਮੈਂ ਚਾਹੁੰਦਾ ਵੀ ਇਹ ਜਿਹੜਾ ਹੈ ਇਹਦੇ ਵਿੱਚ ਏਜੰਡਾ ਰੱਖਿਆ ਜਾਵੇ, ਜਿਹੜਾ ਬੇਅਦਬੀ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਪਰ ਹੁਣੇ ਤੁਸੀਂ ਦੇਖਿਆ ਕਿ ਜਿਹੜੇ ਇੱਕ ਡਾਕਟਰ ਸਾਹਿਬ ਸੀ ਜਿਨ੍ਹਾਂ ਨੇ ਹੁਣ ਬੋਲਿਆ ਸੀ ਸਟੇਜ ਤੇ, ਜੀ ਉਹਨਾਂ ਨੇ ਕਿਹਾ ਕਿ ਵੀ ਕਾਮਰੇਡ, ਇਹਦਾ ਮਤਲਬ ਕਿ ਪੂਰੀ ਤਰ੍ਹਾਂ ਕਾਮਰੇਡ ਭਾਰੂ ਆ। ਕਿਉਂਕਿ ਜਦੋਂ ਉੱਥੋਂ ਤੁਸੀਂ ਦੇਖੋ ਨਾ ਕਿਸਾਨ ਜਥੇਬੰਦੀਆਂ ਦੇ ਵਿੱਚ ਸਾਨੂੰ ਖੁਦ ਨੂੰ ਫੋਨ ਆਇਆ ਸੀ ਕਿ ਸਾਡੇ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਨਾਲ ਕੋਈ ਲੈਣ ਦੇਣ ਨਹੀਂ, ਉਹਦੀ ਲੰਗਰ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਨਹੀਂ ਜੀ ਨਹੀਂ, ਇਹ ਸਭ ਕਹਿਣ ਦੀਆਂ ਗੱਲਾਂ ਨੇ। ਹੁਣ ਉਹਨਾਂ ਨੇ ਉੱਥੇ ਸਪਸ਼ਟੀਕਰਨ ਆ ਵੀ ਦੇ ਦਿੱਤਾ ਸੀ, ਡਾਕਟਰ ਸਵੇਮਾਨ ਨੇ, ਤੁਸੀਂ ਸੁਣਿਆ ਹੀ ਹੋਣਾ। ਉਹਨਾਂ ਨੇ ਪਹਿਲਾਂ ਹੀ ਕਹਿਤਾ ਵੀ ਲੋਕ ਮੈਨੂੰ ਕਾਮਰੇਡ ਕਹਿਣਗੇ। ਉਹਨਾਂ ਨੇ ਇਹ ਪਹਿਲਾਂ ਸਪਸ਼ਟੀਕਰਨ ਦੇ ਕੇ ਫਿਰ ਉਸ ਤੋਂ ਬਾਅਦ ਗੱਲ ਕੀਤੀ ਸੀ। ਬਿਲਕੁਲ, ਉਹ ਤਾਂ ਕਹਿੰਦੇ ਨੇ ਕਿ ਵੀ ਮੈਂ ਜਿਹੜਾ ਬਾਬੇ ਨਾਨਕ ਨੂੰ ਨਹੀਂ ਮੰਨਦਾ, ਉਹ ਸਮਝ ਲਓ ਕਿ ਮੇਰਾ ਵੀ ਕੁਝ ਨਹੀਂ ਲੱਗਦਾ। ਮੇਰਾ ਵੀ ਕੁਝ ਨਹੀਂ ਲੱਗਦਾ। ਹਾਂਜੀ ਹਾਂਜੀ, ਉਹ ਬਿਲਕੁਲ ਸਾਫ਼ ਨੇ, ਇਹੋ ਜਿਹੀ ਗੱਲ ਨਹੀਂ ਕੀਤੀ। ਨਹੀਂ, ਜਿਹੜੀ ਗੱਲ ਮੈਂ ਕਰ ਰਹੀ ਹੈ ਔਨ ਦਾ ਰਿਕਾਰਡ ਹੈ, ਔਰ ਉਹਨਾਂ ਨੇ ਖੁਦ ਫੋਨ ਕਰਕੇ ਵੀ ਗੱਲ ਕਹੀ ਸੀਗੀ। ਇੱਕ ਜਥੇਬੰਦੀ ਹੈਗੀ ਜਿਹੜੀ ਟੋਟਲੀ ਕਾਮਰੇਡ ਹੈ, ਔਰ ਉਹਨਾਂ ਨੇ ਕਿਹਾ ਸੀ ਵੀ ਅਸੀਂ ਸਟੇਜ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਨਹੀਂ ਬੋਲਣ ਦੇਣਾ, ਔਰ ਸਾਡਾ ਬਾਬਾ ਨਾਨਕ ਦੀ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ, ਉਹਦੇ ਲੰਗਰ ਨਾਲ ਕੋਈ ਸੰਬੰਧ ਨਹੀਂ। ਇਹਦੇ ਬਾਰੇ ਕੀ ਸਪਸ਼ਟ? ਦੇਖੋ ਜੀ, ਅੱਜ ਜਿਹੜੇ ਜਿੰਨੀਆਂ ਵੀ ਇੱਥੇ ਜਥੇਬੰਦੀਆਂ ਪਹੁੰਚੀਆਂ, ਬਹੁਤ ਤਰ੍ਹਾਂ ਦੀਆਂ ਜਥੇਬੰਦੀਆਂ, ਸਾਬਕਾ ਸੈਨਿਕਾਂ ਦੀਆਂ ਆਈਆਂ, ਮਜ਼ਦੂਰਾਂ ਦੀਆਂ ਆਈਆਂ, ਕਿਸਾਨਾਂ ਦੀਆਂ ਆਈਆਂ, ਜਿੰਨੀਆਂ ਵੀ ਜਥੇਬੰਦੀਆਂ ਆਈਆਂ, ਅੱਜ ਉਹ ਸਾਰਾ ਜਾਮਾ, ਜਿਹੜਾ ਪੁਰਾਣਾ ਜਾਮਾ ਕੁੜਤਾ ਕਹਿਣ ਦਾ ਭਾਵ ਕਮੀਜ਼ ਲਾ ਕੇ ਇੱਥੇ ਪਹੁੰਚੀਆਂ। ਅਤੇ ਅੱਜ ਸਾਰੇ ਇੱਕ ਹੈ, ਇੱਕੋ ਆਵਾਜ਼ ਹੈ ਸਾਰਿਆਂ ਦੀ, ਸਾਰਿਆਂ ਦਾ ਸਮਰਥਨ ਹੋਇਆ ਅਤੇ ਸਾਰਿਆਂ ਦਾ ਇੱਕੋ ਹੀ ਆਵਾਜ਼ ਹੈ ਕਿ 2022 ਦਾ ਇਲੈਕਸ਼ਨ ਹੈ, ਕਿਵੇਂ ਲੜਿਆ ਜਾਵੇ। ਜਿਹੜੀਆਂ ਸਿਆਸੀ ਪਾਰਟੀਆਂ ਜਿਹੜੀਆਂ ਸਾਡੇ ਪੰਜਾਬ ਨੂੰ ਜਾਂ ਸਾਡੇ ਹਿੰਦੁਸਤਾਨ ਨੂੰ ਖਾ ਗਈਆਂ ਲੁੱਟ ਕੇ, ਉਹਨਾਂ ਤੋਂ ਕਿਵੇਂ ਬਚਾਇਆ ਜਾ ਸਕਦਾ, ਉਸ ਕਰਕੇ ਅੱਜ ਇੱਥੇ ਇਕੱਠੀਆਂ ਹੋਈਆਂ। ਅੱਛਾ, ਤੁਹਾਡੇ ਜਿਹੜੇ ਸਾਬਕਾ ਧਰਮੀ ਫੌਜੀ ਨੇ, ਇਹ ਸਾਰੇ ਸਾਬਕਾ ਧਰਮੀ ਫੌਜੀ ਨੇ? ਅਸੀਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਆ ਤੇ 5-7 ਜਥੇਬੰਦੀਆਂ ਆਈਆਂ ਸਾਡੀਆਂ। ਅਸੀਂ ਕਿਸਾਨੀ ਸੰਘਰਸ਼ ਦੇ ਵਿੱਚ ਪਹਿਲੇ ਦਿਨ ਤੋਂ ਹੀ 25,000 ਮੈਡਲ ਵਾਪਸੀ ਕਰਨ ਦੀ ਘਟਨਾ ਜਿਹੜੀ ਆ ਉਹ ਅਸੀਂ ਰੋਸ ਵਜੋਂ ਕੀਤੇ ਸੀ। ਰਾਸ਼ਟਰਪਤੀ ਭਵਨ ਜਾ ਕੇ ਅਰੈਸਟ ਵੀ ਹੋਏ ਸੀਗੇ। ਉਹਦੇ ਬਾਅਦ ਪਰੇਡਾਂ ਕੀਤੀਆਂ, ਜਗ੍ਹਾ ਜਗ੍ਹਾ ਹਰੇਕ ਸਟੇਜਾਂ ਦੇ ਉੱਤੇ ਅਸੀਂ ਸਾਬਕਾ ਸੈਨਿਕਾਂ ਦੇ ਜਥੇ ਸਾਡੇ ਪੱਕੇ ਮੋਰਚੇ ਲੱਗੇ ਹੋਏ ਸੀਗੇ। ਅਤੇ ਇਹ ਜਿਹੜਾ ਹੁਣ ਵੀ ਜਿਹੜਾ ਸੰਯੁਕਤ ਸਮਾਜ ਪਾਰਟੀ ਬਣੀ ਆ, ਇਹਦੇ ਵਿੱਚ ਵੀ ਅਸੀਂ ਆਪਣਾ ਸਾਬਕਾ ਸੈਨਿਕਾਂ ਦੇ ਜਿਵੇਂ ਪਹਿਲੇ ਸੰਯੁਕਤ ਮੋਰਚੇ ਦੇ ਵਿੱਚ ਜੋ ਹਿੱਸਾ ਪਾਇਆ, ਹੁਣ ਇਹਦੇ ਵਿੱਚ ਵੀ ਇਹਨਾਂ ਦੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਜੋ ਵੀ ਇਹ ਕੋਰਸ ਆਫ ਐਕਸ਼ਨ ਅਗਲਾ ਕਰਦੇ, ਅਸੀਂ ਸਾਥ ਦੇਣ ਨੂੰ ਤਿਆਰ ਹਾਂ। ਸਾਬਕਾ ਸੈਨਿਕ, ਦੇਖੋ, ਸਾਬਕਾ ਸੈਨਿਕ ਪੰਜਾਬ ਦੇ ਵਿੱਚ ਕਮ ਸੇ ਕਮ 16 ਲੱਖ ਹੈ, ਔਰ ਹਰ ਇੱਕ ਸਾਬਕਾ ਸੈਨਿਕ ਨਾਲ ਦਾ ਪਰਿਵਾਰ ਕੋਈ 2, 4, 5 ਵੋਟਰ ਹੈਗੇ ਆ, ਔਰ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਸਕਦੇ ਆ ਇਸ ਰਿਜ਼ਲਟ ਨੂੰ। ਠੀਕ ਹੈ ਨਾ, ਇਸ ਕਰਕੇ ਇਹਨਾਂ ਨੇ ਜਥੇਬੰਦੀਆਂ ਨੇ ਖੁਦ ਤੁਹਾਡੇ ਨਾਲ ਸੰਪਰਕ ਕੀਤਾ? ਕਿਹਨਾਂ ਨੇ ਜੀ? ਜਥੇਬੰਦੀਆਂ ਨੇ ਅਸੀਂ ਆਲਰੇਡੀ ਸੰਯੁਕਤ ਮੋਰਚੇ ਦੇ ਨਾਲ ਪਹਿਲੇ ਦਿਨ ਤੋਂ ਵੋਟਰ ਸੀਗੇ ਅਸੀਂ ਸਾਬਕਾ ਸੈਨਿਕ, ਸ਼ੁਰੂ ਦੇ ਨਾਲ ਹੀ।
ਇੱਕ ਹੋਰ ਜਿਹੜਾ ਇਸ ਮੁੱਦੇ ਨਾਲ ਹਟ ਕੇ ਇੱਕ ਗੱਲ ਹੈ ਕਿ ਸਾਬਕਾ ਜਿਹੜੇ ਧਰਮੀ ਫੌਜੀ ਸੀਗੇ, ਜਿਹੜੇ ਛੱਡ ਕੇ ਬੈਰਕਾਂ ਆ ਗਏ ਸੀਗੇ ਜਦੋਂ 84 ਵੇਲੇ ਜਦੋਂ ਹੱਲਾ ਹੋਇਆ, ਲੋਕ ਉਹਨੂੰ ਜਿਹੜਾ ਹੈਗਾ ਬਲੂ ਸਟਾਰ ਦਾ ਨਾਮ ਦਿੰਦੇ ਆ, ਪਰ ਵੈਸੇ ਉਹ ਨਸਲਕੁਸ਼ੀ ਸੀਗੀ ਜੇ ਦੇਖਿਆ ਜਾਂਦਾ ਸਿੱਧੇ ਵਾਸਤੇ। ਉਸ ਤੋਂ ਬਾਅਦ ਜਿਹੜੇ ਸਾਬਕਾ ਫੌਜੀ ਸੀਗੇ, ਧਾਰਮਿਕ ਫੌਜੀ, ਉਹਨਾਂ ਦੇ ਨਾਲ ਬਿਹੇਵ ਕੀ ਰਿਹਾ? ਸਿੱਖ ਜਿਹੜਾ ਆਪਣੇ ਜਥੇਬੰਦੀਆਂ ਸੀਗੀਆਂ ਜਾਂ ਧਾਰਮਿਕ ਜਥੇਬੰਦੀਆਂ ਸੀਗੀਆਂ ਜਾਂ ਆਮ ਲੋਕਾਂ ਦਾ, ਉਹਦੇ ਬਾਰੇ ਜਾਣਨਾ। ਦੇਖੋ ਜੀ, ਆਮ ਲੋਕਾਂ ਨੂੰ ਤਾਂ ਸਾਨੂੰ ਬਹੁਤ ਪਿਆਰ ਮਿਲਿਆ, ਪਰ ਜਿਹੜੀਆਂ ਸਾਡੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਜਿਹੜੀ ਸਾਨੂੰ ਕਹਿੰਦੇ ਵੀ ਅਸੀਂ ਸਭ ਕੁਛ ਹਾਂ ਪੰਥ ਦਾ, ਖਾਸ ਕਰਕੇ ਮੈਨੂੰ ਨਾਮ ਹੀ ਲੈਣਾ ਬਾਦਲ ਪਰਿਵਾਰ, ਇਹਨਾਂ ਨੇ ਸਾਨੂੰ ਬਿਲਕੁਲ ਹੀ ਇਗਨੋਰ ਕੀਤਾ ਜੀ, ਬਿਲਕੁਲ ਪੁੱਛਿਆ ਤੱਕ ਨਹੀਂ ਸਾਨੂੰ, ਬਿਲਕੁਲ ਜਮਾਂ। ਹਾਂ, ਸ਼੍ਰੋਮਣੀ ਕਮੇਟੀ ਦੇ ਵਿੱਚ ਬਾਅਦ 'ਚ ਆ ਕੇ ਸਾਨੂੰ ਸਰਵਿਸ ਮਿਲੀ ਸੀ, ਜੋ ਕਿ ਬਹੁਤ ਇੱਕ ਨਗੂਣੀ ਜੀ ਸਰਵਿਸ ਸੀ, 17-18 ਹਜ਼ਾਰ ਰੁਪਈਆ ਤਨਖਾਹ ਵਾਲੀ, ਜਿਹੜੀ ਕਿ ਸਾਡੀ ਉਸ ਟਾਈਮ ਫੌਜ ਦੇ ਵਿੱਚ ਜੇ ਅਸੀਂ ਵੇਖੀਏ ਸਾਡੀ ਤਨਖਾਹ ਚੰਗੀ ਹੁੰਦੀ ਸੀਗੀ। ਇੱਕ ਹੁਣ ਪਿੱਛੇ ਜੇ ਬੇਅਦਬੀ ਹੋਈ ਆ ਦਰਬਾਰ ਸਾਹਿਬ ਦੇ ਵਿੱਚ, ਜਦੋਂ ਜਿਹੜਾ ਆਪਣੇ ਗ੍ਰਿਲ ਟੱਪ ਕੇ ਅੰਦਰ ਗਿਆ, ਔਰ ਉਹਨਾਂ ਦੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਹਨੂੰ ਸੋਧਾ ਲਾ ਦਿੱਤਾ ਗਿਆ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਉਹਨੂੰ ਤਾਂ ਅਸੀਂ ਇਹ ਦੇਖਦੇ ਅਗਰ ਸੋਧਾ ਨੂੰ ਨਾ ਲੱਗਦਾ ਉਸ ਮੌਕੇ 'ਤੇ, ਹੋ ਸਕਦਾ ਉਹਦੇ ਕੋਲ ਕੋਈ ਪੁੱਛਗਿੱਛ ਹੁੰਦੀ, ਉਹਦਾ ਇੰਟਰੋਗੇਟ ਕਰਦਿਆਂ ਨੂੰ, ਔਰ ਉਹ ਜਿਹੜੀਆਂ ਏਜੰਸੀਆਂ ਦਾ ਪਿੱਛੇ ਹੱਥ ਹੈ ਉਹ ਨੰਗੀਆਂ ਹੁੰਦੀਆਂ, ਅਤੇ ਇਸ ਕਰਕੇ ਇਹ ਤਾਂ ਕੁਛ ਜਥੇਬੰਦੀਆਂ ਕਹਿ ਰਹੀਆਂ ਕਿ ਬਿਲਕੁਲ ਜਿਹੜਾ ਸੋਧਾ ਲਾਉਣਾ ਠੀਕ ਹੈ, ਲੇਕਿਨ ਹੁਣ ਦੇ ਸਮੇਂ ਦੇ ਮੁਤਾਬਕ ਜਿਹੜਾ ਜਿਸ ਤਰ੍ਹਾਂ ਹੋ ਰਿਹਾ ਸਭ ਕੁਝ, ਇਹ ਸਭ ਕੁਝ ਪਾਰਟੀਆਂ ਕਰਾ ਰਹੀਆਂ ਜਾਂ ਕੋਈ ਏਜੰਸੀਆਂ ਕਰਾ ਰਹੀਆਂ ਨੇ। ਕੀ ਉਹਦੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਸੀ ਵੀ ਉਹਨੂੰ ਮਰਵਾ ਕੇ ਤੇ ਕੋਈ ਉਹਦੇ ਪ੍ਰੂਫ ਖਤਮ ਕਰਨਾ? ਬਿਲਕੁਲ ਜੀ, ਲੱਗਦਾ ਤਾਂ ਇਦਾਂ ਹੀ ਆ, ਜਿਹੜਾ ਸੌਦਾ ਜਿਹੜਾ ਇੱਕਦਮ ਉਹਨੂੰ ਬਿਲਕੁਲ ਮਾਰ ਦਿੱਤਾ ਗਿਆ, ਤੇ ਉਹ ਤਾਂ ਲੱਗਦਾ ਤਾਂ ਇਦਾਂ ਵੀ ਉਹ ਏਜੰਸੀਆਂ ਦਾ ਹੱਥ ਆ, ਵੀ ਇਹ ਜਿਹੜਾ ਕਿਤੇ ਸਬੂਤ ਨਾ ਆ ਜੇ ਤੇ ਲੋਕਾਂ ਦੇ ਵਿੱਚ ਇਹ ਮੈਸੇਜ ਨਾ ਚੱਲ ਜੇ ਵੀ ਇਹ ਕੋਈ ਫਲਾਣੀ ਏਜੰਸੀ ਜਾਂ ਫਲਾਣੀ ਪਾਰਟੀ ਕਰਾ ਰਹੀ ਆ। ਇਸ ਕਰਕੇ ਇਹਦੇ 'ਚ ਖਦਸ਼ਾ ਹੈ ਕਿ ਇਹ ਕੁਛ ਨਾ ਕੁਛ ਇਹਦੇ ਵਿੱਚ ਗੜਬੜ ਹੈ। ਤੁਸੀਂ ਜਿਹੜੇ ਕੰਮ ਦੇ ਲਈ ਮਤਲਬ ਆਪਣੀ ਜ਼ਿੰਦਗੀ ਦਾ ਤੇ ਲਾਈ, ਆਪਣਾ ਕੈਰੀਅਰ ਦਾ ਤੇ ਲਾਇਆ, ਧਰਮ ਨੂੰ ਮੁੱਖ ਰੱਖਿਆ, ਜਿਹੜਾ ਸਿੱਖਾਂ ਦਾ ਮੱਕਾ ਕਿਹਾ ਜਾਂਦਾ, ਉਹਦੇ ਤੇ ਜਦੋਂ ਹਮਲਾ ਹੁੰਦਾ ਹੈ ਤੁਸੀਂ ਆਪਣਾ ਫਰਜ਼ ਨਿਭਾਇਆ, ਲੇਕਿਨ ਜੋ ਕੁਛ ਉੱਥੇ ਅਕਾਲ ਤਖਤ ਸਾਹਿਬ ਤੇ ਜਾਂ ਉੱਥੇ ਹੋ ਰਿਹਾ ਹੈ ਕਿ ਉਹਦੇ ਨਾਲ ਕਿੰਨੀ ਕੁ ਮਨ ਨੂੰ ਰਿਸਪੌਂਸਿਬਿਲਿਟੀ? ਦੇਖੋ ਜੀ, ਆਉਣ ਦਾ ਟਾਈਮ ਜਿਹੜਾ ਇਸ ਟਾਈਮ ਹੋ ਰਿਹਾ, ਜੋ ਕੁਝ ਵੀ ਹੋ ਰਿਹਾ, ਉਹ ਤਾਂ ਤੁਹਾਨੂੰ ਵੀ ਪਤਾ, ਸਾਨੂੰ ਤੁਸੀਂ ਸਾਡੇ ਨਾਲੋਂ ਜ਼ਿਆਦਾ ਸਿਆਣੇ ਹੋ, ਪੜ੍ਹੇ ਲਿਖੇ ਵੀ ਹੋ, ਫਿਰਦੇ ਤੁਰਦੇ ਵੀ ਨਹੀਂ। ਇਸ ਟਾਈਮ ਜੋ ਕੁਝ ਹੋ ਰਿਹਾ ਸਾਰਾ ਇੱਕ ਪਰਿਵਾਰ ਦੇ ਆਖੇ ਹੋ ਰਿਹਾ, ਉਹਦੇ ਵਿੱਚ ਯਾਨੀ ਕੋਈ ਦੂਜਾ ਦਖਲਅੰਦਾਜ਼ੀ ਨਹੀਂ ਦੇ ਸਕਦਾ। ਜਿੰਨਾ ਚਿਰ ਉਸ ਪਰਿਵਾਰ ਤੋਂ ਇਸ ਸ਼੍ਰੋਮਣੀ ਕਮੇਟੀ ਦਾ ਖਹਿੜਾ ਨਹੀਂ ਛੁੱਟਦਾ, ਨਾ ਕੋਈ ਸਾਨੂੰ ਜਥੇਦਾਰ ਚੰਗਾ ਮਿਲਣਾ, ਨਾ ਸਾਨੂੰ ਕੋਈ ਹੋਰ ਜਿਹੜੇ ਆਹ ਮੈਨੇਜਰ ਸਕੱਤਰ ਚੰਗੇ ਮਿਲਣੇ। ਉਸ ਪਰਿਵਾਰ ਦਾ ਨਾਮ ਨਹੀਂ ਲਓਗੇ? ਉਸ ਪਰਿਵਾਰ ਦਾ ਨਾਂ ਜੀ ਤੁਹਾਨੂੰ ਪਤਾ ਹੀ ਆ, ਸੁਖਬੀਰ ਸਿੰਘ ਬਾਦਲ ਦਾ ਪਰਿਵਾਰ, ਬਾਦਲ ਪਰਿਵਾਰ। ਅਸੀਂ ਜੀ ਉੱਥੇ ਮੈਂ ਤੇ ਕਿਰਪਾਲ ਸਿੰਘ ਜੀ, ਸਾਨੂੰ ਸ੍ਰੀ ਦਰਬਾਰ ਸਾਹਿਬ ਜਾਣ ਦਾ ਮੌਕਾ ਮਿਲਿਆ ਕਾਫੀ ਵਾਰੀ। ਇੱਕ ਵਾਰੀ ਅਸੀਂ ਉੱਥੇ ਗਏ ਜਿੱਥੇ ਸਾਡਾ ਗੁਰੂ ਦੀ ਛਪਾਈ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਸਾਡੇ ਦੀ ਛਪਾਈ ਕੀਤੀ ਜਾਂਦੀ ਆ, ਉਹ ਵੀ ਠੇਕੇ ਤੇ ਦੇ ਰੱਖੀ ਹੈ। ਔਰ ਉੱਥੇ ਜਿੰਨੇ, ਮੈਂ ਇਹ ਨਹੀਂ ਕਹਿੰਦਾ ਵੀ ਕੋਈ ਜਿਹੜਾ ਹਿੰਦੂ ਆ ਉਹ ਮਾੜਾ ਹੁੰਦਾ, ਪਰ ਉੱਥੇ ਜਿਹੜੇ ਉਹਦੀ ਛਪਾਈ ਕਰ ਰਹੇ ਆ ਉਹਨਾਂ ਦੇ ਬੂਟ ਵਗੈਰਾ ਪਾਏ ਹੁੰਦੇ ਉਵੇਂ, ਇੱਥੋਂ ਤੱਕ ਕਿ ਜਦੋਂ ਬਾਹਰ ਅੰਦਰ ਆ ਕੇ ਉਹ ਤੰਬਾਕੂ ਦਾ ਸਿਮਰਨ ਵੀ ਕਰਦੇ ਆ ਬੰਦੇ, ਪਰ ਉਹ ਸਾਡੇ ਗੁਰੂ ਦੀ ਛਪਾਈ ਕਰ ਰਹੇ ਅੰਦਰ। ਇਹ ਪ੍ਰਿੰਟਿੰਗ ਪ੍ਰੈਸਾਂ ਨੇ ਦੇ ਰੱਖੀਆਂ ਤੇ ਠੇਕੇ ਦੇ ਰੱਖੀਆਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਸੀਂ ਆਪਦੀ ਇਕੱਠੀ ਵੇਖਿਆ। ਜਿਹੜੀ ਗੱਲ ਹੁਣ ਤੁਹਾਨੂੰ ਅਸੀਂ ਕਰਨ ਲੱਗੇ ਬਾਦਲ ਪਰਿਵਾਰ ਦੀ, ਤੁਸੀਂ ਇਹ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਖੰਡ ਪਾਠ ਜਾਂ ਸਿਧਾਂਤ ਪਾਠ ਰਖਵਾਉਣਾ ਹੋਊਗਾ ਨਾ, ਤੁਹਾਨੂੰ ਇੱਕ ਸੜਿਆ ਜਿਹਾ ਕਮਰਾ ਮਿਲੂਗਾ ਜੀ। ਜੇ ਬਾਦਲ ਪਰਿਵਾਰ ਨੇ ਉੱਥੇ ਅਖੰਡ ਪਾਠ ਕਰਵਾਉਣਾ ਜਾਂ ਸਿਧਾਂਤ ਪਾਠ ਕਰਵਾਉਣਾ, ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਬੈਕ ਸਾਈਡ ਦੇ ਉੱਤੇ ਹੀਰੇ ਲੱਗੇ ਹੋਏ ਆ ਉਸ ਕਮਰੇ ਨੂੰ, ਜਿੱਥੇ ਬਾਦਲ ਪਰਿਵਾਰ ਪਾਠ ਕਰਾਉਂਦਾ ਹੈ। ਕਿ ਬਾਦਲ ਪਰਿਵਾਰ ਕੋਈ ਬਾਹਲਾ ਅਸਮਾਨ ਤੋਂ ਉਤਰ ਕੇ ਆਇਆ ਕਿ ਅਸੀਂ ਥੱਲੇ ਆਉਂਦੇ ਆ? ਸ੍ਰੀ ਦਰਬਾਰ ਸਾਹਿਬ ਦੇ ਵਿੱਚ 4 ਦਰਵਾਜ਼ੇ ਬਣੇ ਆ, ਸਭ ਧਰਮਾਂ ਦਾ ਹੈਗਾ, ਉੱਥੇ ਹਰ ਇੱਕ ਬੰਦੇ ਨੂੰ ਬਰਾਬਰ ਵੇਖਿਆ ਜਾਣਾ ਚਾਹੀਦਾ। ਪਰ ਇਹ ਬਾਦਲ ਪਰਿਵਾਰ ਦਾ ਉੱਥੇ ਕਮਰਾ ਕਿਉਂ ਲੱਗ ਬਣਿਆ ਹੋਇਆ ਪਾਠ ਪੂਜਾ ਕਰਨ ਵਾਸਤੇ ਅਕਾਲ ਤਖਤ ਦੇ ਮਗਰਲੇ ਪਾਸੇ? ਸੋ ਇਹ ਇੱਕ ਜਿਹੜਾ ਸਾਡੇ ਦੇਸ਼ ਦਾ ਮੇਨ ਤਬਕਾ ਹੁੰਦਾ, ਆਰਮੀ ਜਿਹੜੀ ਸਰਹੱਦਾਂ ਦੇ ਉੱਪਰ ਸਾਡੇ ਦੇਸ਼ ਦੀ ਰਾਖੀ ਕਰਦੀ, ਉਹਨਾਂ ਨੇ ਬਹੁਤ ਵੱਡੇ ਸਵਾਲ ਚੁੱਕੇ ਨੇ ਪੰਥਕ ਜਥੇਬੰਦੀਆਂ ਤੋਂ ਵੀ, ਖਾਸ ਕਰ ਅਕਾਲ ਤਖਤ ਸਾਹਿਬ ਤੋਂ। ਹੁਣ ਇਹਨਾਂ 'ਤੇ ਸਿੱਖ ਸੰਗਤਾਂ ਕਿੰਨੀ ਕੁ ਗੌਰ ਕਰਦੀਆਂ ਨੇ, ਇਹ ਉਹਨਾਂ 'ਤੇ ਮਸਲਾ। ਧੰਨਵਾਦ।